ਕੀ ਹਾਲ ਨੇ ਮੇਰੇ ਦੋਸਤੋ। ਅੱਜ ਆਪਾਂ ਐਗਰੀਕਲਚਰ ਦਾ 6ਵਾਂ ਲੈਕਚਰ ਸ਼ੁਰੂ ਕਰਨ ਜਾ ਰਹੇ ਹਾਂ। ਅਤੇ ਇਹ ਲੈਕਚਰ ਦੇ ਵਿੱਚ ਤੁਸੀਂ ਦੇਖੋ, ਜਿਵੇਂ ਮੈਂ ਤੁਹਾਨੂੰ ਲਿਖਿਆ ਕਿ ਇਹਦੇ ਵਿੱਚੋਂ MCQ ਬਣਨਗੇ। ਆਪਾਂ ਉਹੀ ਟੌਪਿਕ ਕਰਨਾ ਜਿਹੜਾ ਪੇਪਰ ਦੇ ਮਾਧਿਅਮ ਦੇ ਦੁਆਰਾ, ਪੇਪਰ ਦੇ ਪੁਆਇੰਟ ਆਫ ਵਿਊ ਦੁਆਰਾ ਆਉਣ ਦੇ ਫੁੱਲ ਚਾਂਸ ਹੋਣਗੇ। ਕਿਉਂਕਿ ਜੇ ਤੁਸੀਂ ਐਗਰੀਕਲਚਰ ਕਰਨ ਲੱਗ ਗਏ ਨਾ, ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਕਿ ਮੇਰੀ ਟ੍ਰੇਡ ਐਗਰੀਕਲਚਰ ਹੀ ਹੈ। ਜੇ ਹੁਣ ਐਗਰੀਕਲਚਰ ਕਰਨ ਲੱਗ ਗਏ ਤਾਂ ਐਗਰੀਕਲਚਰ ਦਾ ਸਿਲੇਬਸ ਇੰਨਾ ਲੰਬਾ ਗਾ, ਉਹਦੇ ਵਾਸਤੇ ਜਿਵੇਂ 4 ਸਾਲ ਦੀ ਤਾਂ BSc ਹੋ ਗਈ, ਇਸ ਤੋਂ ਬਾਅਦ MSc ਹੋ ਗਈ, ਤਾਂ 6-7 ਸਾਲ ਦਾ ਪ੍ਰੋਸੈਸ ਹੈਗਾ। ਇੰਨਾ ਪ੍ਰੋਸੈਸ ਆਪਾਂ ਨਾ ਤਾਂ ਆਪਾਂ ਪੜ੍ਹ ਸਕਦੇ ਹਾਂ ਅਤੇ ਨਾ ਹੀ ਇੰਨਾ ਟਫ ਉਹ ਪਾ ਸਕਦੇ ਆ, ਕਿਉਂਕਿ ਹਰੇਕ ਸਬਜੈਕਟ ਬਹੁਤ ਜ਼ਿਆਦਾ ਹੋ ਚੁੱਕਿਆ। 9+ ਸਬਜੈਕਟ ਹੋ ਚੁੱਕਿਆ। 9+ ਸਬਜੈਕਟ ਹੋਣ ਦੇ ਬਾਵਜੂਦ ਜਿਹੜਾ ਪੇਪਰ ਪਾਉਂਦਾ ਹੁੰਦਾ ਟੀਚਰ ਹੈ, ਜਿਹੜਾ ਜੇ ਆਪਾਂ ਟੀਚਰ ਦੇ ਤੌਰ 'ਤੇ ਦੇਖੀਏ ਤਾਂ ਉਹਨੂੰ ਪਤਾ ਹੋਊਗਾ ਕਿ ਇੰਨੇ ਸਬਜੈਕਟ ਇੱਕ ਬੱਚੇ ਨੂੰ ਪੜ੍ਹਨੇ ਬਹੁਤ ਔਖੇ ਹੈ। ਠੀਕ ਹੈ ਨਾ। ਉਸ ਹਿਸਾਬ 'ਤੇ ਐਗਰੀਕਲਚਰ ਲੈਵਲ ਇੰਨਾ ਹਾਈ ਨਹੀਂ ਹੋਣਾ। 100 ਦੇ 10 ਆਪਰੇਸ਼ਨ ਜਿਹੜੇ ਹੋਣੇ ਐਗਰੀਕਲਚਰ 10 ਦੇ ਵਿੱਚੋਂ ਮੈਂ ਤੁਹਾਨੂੰ ਇੰਨੀ ਗਰੰਟੀ ਨਾਲ ਕਹਿ ਸਕਦਾ ਗਾ ਕਿ ਜਿਹੜਾ ਮੈਂ ਪਹਿਲਾਂ ਤੁਹਾਨੂੰ ਜਿੰਨੀਆਂ ਵੀਡੀਓ ਕਰਵਾ ਕੇ ਗਿਆ ਉਹਦੇ ਵਿੱਚੋਂ 4 ਨੰਬਰ ਦਾ ਪੇਪਰ ਵੱਟ 'ਤੇ ਪਿਆ ਹੈਗਾ। 4 ਨੰਬਰ ਦਾ ਪੇਪਰ 101% ਉਹਦੇ ਵਿੱਚੋਂ ਆਊਗਾ। 3 ਜਾਂ 4 ਨੰਬਰ ਦਾ। ਇਹ ਗੱਲ ਮੈਂ ਤੁਹਾਨੂੰ ਜਦੋਂ ਪੇਪਰ ਹੋ ਗਿਆ ਉਦੋਂ ਮੈਂ ਤੁਹਾਨੂੰ ਅਗਲੇ ਦਿਨ ਕਲੀਅਰ ਕਰਕੇ ਦਿਖਾਊਂਗਾ ਕਿ ਮੈਂ ਸੱਚ ਗਿਆ ਸੀ ਜਾਂ ਮੈਂ ਤੁਹਾਨੂੰ ਝੂਠ ਮਾਰਿਆ ਗਾ। ਉਹ ਤੁਹਾਨੂੰ ਅਗਲੇ ਦਿਨ ਹੀ ਪਤਾ ਲੱਗ ਜੂ ਪੇਪਰ ਦੇ, ਜਿਹੜੇ ਆਪਣੀ ਵੀਡੀਓ ਦੇਖਦੇ ਆ। ਦੇਖੋ ਜੀ, ਅੱਜ ਆਪਾਂ ਕਰਨ ਜਾ ਰਹੇ ਹਾਂ ਦਾ ਮੇਜਰ ਸਕੀਮ ਪ੍ਰੋਗਰਾਮ। ਦੇਖੋ ਜੀ, ਪਹਿਲਾ ਆਪਰੇਸ਼ਨ ਤਾਂ ਇੱਥੋਂ ਹੀ ਬਣ ਗਿਆ, ਜਿਹੜਾ ਬੇਸਿਕ ਆਪਰੇਸ਼ਨ ਬਣਨਾ ਉਹ ਬਣਨਾ ਹੈ ਜੀ NFSM ਦੀ ਫੁੱਲ ਫਾਰਮ ਮੇਰੇ ਬੱਚੇ, ਨੈਸ਼ਨਲ ਫੂਡ ਸਿਕਿਉਰਿਟੀ ਮਿਸ਼ਨ। ਨੈਸ਼ਨਲ ਫੂਡ ਸਿਕਿਉਰਿਟੀ ਮਿਸ਼ਨ NFSM ਦੀ ਫੁੱਲ ਫਾਰਮ ਯਾਦ ਕਰ ਲਿਓ। ਇਹ ਆਉਣ ਦੇ ਫੁੱਲ ਚਾਂਸ ਨੇ। ਹੁਣ ਦੇਖੋ ਇਹ ਸਕੀਮ ਦੇ ਵਿੱਚ ਕੀ ਹੋਇਆ ਸੀ। ਮੇਨ ਆਪਰੇਸ਼ਨ ਦਾ ਇੱਥੋਂ ਹੀ ਬਣ ਜਾਣਾ ਗਾ। ਚਲੋ ਬਾਕੀ ਆਪਾਂ ਪੜ੍ਹ ਲੈਂਦੇ ਹਾਂ। ਬਸ ਤੁਸੀਂ ਇਹੀ ਪੁਆਇੰਟ ਯਾਦ ਰੱਖਣਾ। ਇਹ ਵਿਚਾਰਾ ਤੁਹਾਨੂੰ ਮੈਂ ਸਿਰਫ ਇੱਕ ਫਾਰਮੈਲਿਟੀ ਵਜੋਂ ਪੜ੍ਹਾ ਦਿੰਦਾ, ਪਰ ਇਹ ਪੇਪਰ ਦੇ ਵਿੱਚ ਨਹੀਂ ਆਊਗਾ। ਦਾ ਨੈਸ਼ਨਲ ਫੂਡ ਸਿਕਿਉਰਿਟੀ ਮਿਸ਼ਨ ਵਾਜ ਲਾਂਚਡ ਇਨ ਰੱਬੀ 2007। ਪਹਿਲੀ ਗੱਲ ਤਾਂ ਰੱਬੀ ਅਤੇ ਖਰੀਫ ਕਰੋਪਸ ਇਹ ਤੁਹਾਨੂੰ ਅੱਗੇ ਕਰਵਾਊਂਗਾ ਮੈਂ। ਰੱਬੀ ਅਤੇ ਖਰੀਫ ਦੇ ਵਿੱਚ ਬੱਚੇ ਬਾਹਲੇ ਉਲਝ ਜਾਂਦੇ ਆ। ਇਹ ਮੈਂ ਤੁਹਾਨੂੰ ਇੱਕ ਟ੍ਰਿਕ ਦੁਬਾਰਾ ਯਾਦ ਕਰਵਾ ਦਿੰਦਾ। ਰੱਬੀ ਅਤੇ ਖਰੀਫ ਕਈ ਵਾਰ ਇਹਦੇ ਵਿੱਚ ਜਿਹੜਾ ਮੈਂ ਲਿਖਦਾ ਟਾਈਪ ਕਰਦਾ ਇਹ 'ਚ ਨਾ ਥੋੜ੍ਹੀ ਮਤਲਬ ਮਿਸਟੇਕ ਹੋ ਜਾਂਦੀ ਆ ਕਿਉਂਕਿ ਲਿਖਣ ਦੇ ਵਿੱਚ, ਅਤੇ ਉਹ ਮਾਈਂਡ ਨਾ ਕਰੋ। ਠੀਕ ਹੈ। ਦੇਖੋ, ਇੱਕ ਆਪਾਂ ਖਰੀਫ ਤੋਂ ਯਾਦ ਕਰੀਏ। ਖਰੀਫ ਤੋਂ ਤੁਹਾਨੂੰ ਮੈਂ ਟ੍ਰਿਕ ਕਰਵਾ ਦਿੰਦਾ। ਆਪਾਂ ਝੋਨਾ ਲਾਉਣੇ ਆ। ਠੀਕ ਹੈ ਜੀ। ਜਦੋਂ ਆਪਾਂ ਝੋਨਾ ਲਾਉਣੇ ਆਗੇ, ਪੈੜੀ ਕਹਿੰਦੇ ਜਿਹਨੂੰ ਆਪਾਂ, ਝੋਨੇ ਨੂੰ ਪੈੜੀ ਵੀ ਕਹਿ ਦਿੰਦੇ ਆ। ਜਦੋਂ ਪੈੜੀ ਲਾਉਣੇ ਆ ਉਦੋਂ ਮੇਰੇ ਦੋਸਤੋ ਸੋਚੋ ਕਿ ਕਿੰਨੀ ਜ਼ਿਆਦਾ ਗਰਮੀ ਦੇ ਵਿੱਚ ਝੋਨਾ ਲੱਗਦਾ। ਝੋਨੇ ਨੂੰ 25 ਤੋਂ 30 ਟੈਂਪਰੇਚਰ ਚਾਹੀਦਾ। ਸਮਝ ਗਏ ਗੱਲ। 25 ਤੋਂ 30 ਦੇ ਵਿੱਚ ਟੈਂਪਰੇਚਰ ਚਾਹੀਦਾ ਹੁੰਦਾ ਝੋਨੇ ਨੂੰ ਗਰੋਥ ਕਰਨ ਵਾਸਤੇ। ਜਿਹੜੀ ਪੈੜੀ ਦੀ ਫਸਲ ਹੈ ਬੱਚੇ, ਠੀਕ ਹੈ ਨਾ, ਉਦੋਂ ਕਿੰਨੀ ਗਰਮੀ ਹੁੰਦੀ ਹੈ। ਗਰਮੀ ਦੇ ਵਿੱਚ ਖਰਾ ਬੰਦਾ ਹੀ ਖੜੂਗਾ। ਜਿਵੇਂ ਪੰਜਾਬੀ ਦੇ ਵਿੱਚ ਕਹਿੰਦੇ ਨੇ ਕਿ ਆਹ ਬੰਦਾ ਦਾ ਬਾਹਲਾ ਖਰਾ ਗਾ, ਇਹੀ ਕੱਟੂਗਾ ਇੱਥੇ। ਤਾਂ ਕਰਕੇ ਇਹ ਯਾਦ ਕਰ ਲਓ ਕਿ ਖਰਾ, ਖਰੀਫ ਤੋਂ ਖਰਾ ਯਾਦ ਕਰ ਲਓ ਕਿ ਖਰਾ ਬੰਦਾ ਹੀ ਗਰਮੀ ਦੇ ਵਿੱਚ ਕੱਟੂਗਾ। ਠੀਕ ਹੈ ਜੀ। ਇੱਕ ਟ੍ਰਿਕ ਇਹ ਹੋ ਗਈ। ਅਤੇ ਆਟੋਮੈਟਿਕ ਤੁਹਾਨੂੰ ਦੂਜੇ ਦਾ ਪਤਾ ਲੱਗ ਜੂ। ਰੱਬੀ ਖਰਾਬ ਉਹ ਹੁੰਦੀ ਹੈ ਕਿ ਜਦੋਂ ਸਿਆਲ ਹੁੰਦੇ ਆ, ਮਤਲਬ ਇਹ ਬੀਜਦੇ ਆਪਾਂ ਅਕਤੂਬਰ ਨਵੰਬਰ ਦੇ ਵਿੱਚ ਆਪਾਂ ਰੱਬੀ ਦੀਆਂ ਫਸਲਾਂ ਬੀਜਦੇ ਹਾਂ, ਜਿਵੇਂ ਕਣਕ ਹੋ ਗਈ, ਸਰੋਂ ਹੋ ਗਈ, ਛੋਲੇ ਹੋ ਗਏ। ਠੀਕ ਹੈ। ਇਹ ਚੀਜ਼ਾਂ ਜਦੋਂ ਆਪਾਂ ਰੱਬੀ ਫਸਲ ਦੇ ਵਿੱਚ ਬੀਜਦੇ ਉਦੋਂ ਇੰਨੀ ਜ਼ਿਆਦਾ ਸਰਦੀ ਹੁੰਦੀ ਹੈ ਨਾ, ਉਦੋਂ ਆਪਾਂ ਕਹਿੰਦੇ ਨਹੀਂ ਲੱਗੇ ਕਿ ਰੱਬ ਯਾਦ ਆ ਗਿਆ ਜਿਹੜਾ ਇੰਨੀ ਜ਼ਿਆਦਾ ਠੰਡ ਸੀ। ਠੀਕ ਹੈ ਨਾ। ਇਹ ਸਿਰਫ ਇੱਕ ਟ੍ਰਿਕ ਹੈਗੀਆਂ। ਖਰੇ ਬੰਦੇ ਕਦੋਂ ਖੜਨਗੇ? ਖਰੀਫ ਕਰੋਪਸ ਵੇਲੇ। ਖਰੀਫ ਕਰੋਪਸ ਕਦੋਂ ਹੁੰਦੀਆਂ? ਜਦੋਂ ਗਰਮੀ ਵਾਲੀ ਹੁੰਦੀ ਆ। ਠੀਕ ਹੈ। ਜੂਨ ਜੁਲਾਈ ਦੇ ਵਿੱਚ ਆਪਾਂ ਬੀਜਦੇ ਹਾਂ। ਠੀਕ ਹੈ। ਇੱਥੋਂ ਤੱਕ ਸਾਰਾ ਕਲੀਅਰ ਹੋ ਗਿਆ ਹੋਊਗਾ। ਹੁਣ ਦੇਖੋ, ਜਿਹੜੀ ਆਪਾਂ ਅਗਲੀ ਗੱਲ ਕਰਨੀ ਹੈ, ਵਾਜ ਲਾਂਚਡ ਰੱਬੀ 2007 ਵਿਦ ਏ ਵਿਊ ਟੂ ਇਨਹੈਂਸ ਦਾ ਪ੍ਰੋਡਕਸ਼ਨ ਆਫ ਰਾਈਸ। ਜਿਹੜਾ ਮਿਸ਼ਨ ਸੀ ਇਹ 2007 ਦੇ ਵਿੱਚ ਚਲਾਇਆ ਸੀ। ਕਿਹੜੀ ਕਰੋਪਸ ਵਾਸਤੇ? ਰੱਬੀ ਕਰੋਪਸ ਵਾਸਤੇ ਚਲਾਇਆ ਸੀ। ਠੀਕ ਹੈ। ਰੱਬੀ 2007 ਵੀ ਕਹਿ ਦਿੰਦੇ ਇਹਨੂੰ। ਇਹਦਾ ਮਤਲਬ ਕੀ ਸੀ? ਇਹਦਾ ਮਤਲਬ ਸੀ ਕਿ ਇਨਹੈਂਸ ਕੀ ਪ੍ਰੋਡਕਸ਼ਨ ਵਧਾਉਣੀ ਆ ਆਪਾਂ ਕਾਹਦੇ 'ਚ? ਰਾਈਸ ਦੇ ਵਿੱਚ, ਚੌਲਾਂ ਦੇ ਵਿੱਚ, ਬੀਟ ਕਣਕ ਦੇ ਵਿੱਚ, ਐਂਡ ਪਲਸਸ ਦਾਲਾਂ ਦੇ ਵਿੱਚ। ਬਾਏ 10 MT, 8 MT ਐਂਡ 2 MT ਰਿਸਪੈਕਟਲੀ ਬਾਏ ਦਾ ਐਂਡ ਆਫ ਦਾ 11th ਪਲਾਨ। ਜਿਹੜਾ 11ਵੀਂ 5 ਸਾਲੀ ਯੋਜਨਾ ਸੀ ਆਪਣੀ, ਉਹਦੇ ਵਿੱਚ ਇਹ ਲਿੱਤਾ ਗਿਆ ਸੀ ਕਿ ਆਪਾਂ ਇਹ ਮਿਸ਼ਨ ਦੇ ਅਨੁਸਾਰ 10 ਮੈਟਰਿਕ ਟਨ, MT ਦਾ ਮਤਲਬ ਹੁੰਦਾ ਮੈਟਰਿਕ ਟਨ। ਠੀਕ ਹੈ। ਕਿ ਇੰਨੀ ਆਪਾਂ ਇਹਦੀ ਗਰੋਥ ਵਧਾਉਣੀ ਆ, ਮਤਲਬ ਇੰਨੀ ਫਸਲ ਦਾ ਝਾੜ ਆਪਾਂ ਜ਼ਿਆਦਾ ਕੱਢਣਾ ਗਾ। ਦੇਖੋ ਹੁਣ ਦੂਸਰੇ ਵਿੱਚ ਕੀ ਹੋ ਗਿਆ। ਦੂਜਾ ਪੁਆਇੰਟ ਦੇਖੋ ਮੇਰੇ ਬੱਚੇ। ਦੂਜਾ ਪੁਆਇੰਟ ਕੀ ਹੈ? ਦਾ ਮਿਸ਼ਨ ਏਮ। ਇਹ ਮਿਸ਼ਨ ਦਾ ਏਮ ਕੀ ਸੀ? ਇਨਕਰੀਜ਼ ਪ੍ਰੋਡਕਸ਼ਨ ਥਰੂ ਏਰੀਆ ਐਕਸਪੈਂਸ਼ਨ ਐਂਡ ਪ੍ਰੋਡਕਟੀਵਿਟੀ ਐਂਡ ਕ੍ਰੀਏਟ ਇੰਪਲੋਇਮੈਂਟ ਓਪਰਚੁਨਿਟੀਜ਼ ਐਂਡ ਇਨਫਲੂਐਂਸ
द फार्म लेवल इकोनॉमी टू रिस्टोर कॉन्फिडेंस ऑफ फार्मर। ਇਹਦਾ ਮਤਲਬ ਇਹ ਸੀ ਕਿ ਮਿਸ਼ਨ ਦਾ ਏਮ ਕੀ ਸੀ, ਮਤਲਬ ਇਹ ਮਿਸ਼ਨ ਦਾ ਮਤਲਬ ਏਮ ਦਾ ਮਤਲਬ ਤੁਸੀਂ ਸਮਝ ਲਓ ਕਿ ਇਹ ਮਕਸਦ ਕੀ ਸੀ ਇਹ ਮਿਸ਼ਨ ਦਾ। ਇਹ ਮਿਸ਼ਨ ਦਾ ਬੱਚੇ ਮਕਸਦ ਇਹ ਸੀ ਕਿ ਇੰਨੀ ਜ਼ਿਆਦਾ ਆਪਾਂ ਪ੍ਰੋਡਕਟਿਵਿਟੀ ਕਰਨੀ ਹੈ ਜਿਹਦੇ ਕਰਕੇ ਆਪਣੀ ਇਕੋਨੋਮੀ ਹੁੰਦੀ ਹੈ ਜਿਹੜੀ ਇਕੋਨੋਮੀ ਦਾ ਮਤਲਬ ਸਮਝ ਲਓ ਕਿ ਜਿੰਨੀ ਆਪਣਾ ਮਤਲਬ ਝਾੜ ਜ਼ਿਆਦਾ ਹੋਊਗਾ ਉਨੇ ਆਪਣਾ ਮਤਲਬ ਕਿਸਾਨ ਕੋਲ ਪੈਸਾ ਜ਼ਿਆਦਾ ਹੋਊਗਾ ਅਤੇ ਆਪਣੇ ਦੇਸ਼ ਦੀ ਹਾਲਤ ਉਨੀ ਸੁਧਰੂਗੀ, ਜਿੰਨੇ ਲੋਕ ਗਰੀਬੀ ਪੱਧਰ ਤੋਂ ਉੱਪਰ ਉੱਠਣਗੇ, ਕਹਿਣ ਦਾ ਮਤਲਬ ਠੀਕ ਹੈ। ਅਤੇ ਇਹਦੇ ਕਰਕੇ ਇਹਨਾਂ ਨੇ ਇਕੋਨੋਮੀ ਨੂੰ ਆਪਾਂ ਵਧੀਆ ਸੈੱਟ ਕਰਨਾ, ਇੱਕ ਵਧੀਆ ਮਤਲਬ ਲੋਕਾਂ ਨੂੰ ਰੁਜ਼ਗਾਰ ਦੇ ਕੇ ਉਹਨਾਂ ਦਾ ਗਰੀਬੀ ਲੈਵਲ ਤੋਂ ਉੱਪਰ ਉਠਾਉਣਾ ਉਹਨਾਂ ਨੂੰ, ਜਿਹਦੇ ਕਰਕੇ ਕਿਸਾਨਾਂ ਦੇ ਵਿੱਚ ਇੱਕ ਕੌਨਫੀਡੈਂਸ ਆਊਗਾ ਜਦੋਂ ਉਹਨਾਂ ਦਾ ਝਾੜ ਵੱਧ ਨਿਕਲੂਗਾ ਇਹ ਸਕੀਮ ਦੇ ਅੰਡਰ। ਹੁਣ ਤੀਸਰਾ ਜਿਹੜਾ ਪੁਆਇੰਟ ਹੈਗਾ ਬੱਚੇ, ਦਾ ਨੈਸ਼ਨਲ ਫੂਡ ਸਿਕਿਉਰਿਟੀ ਮਿਸ਼ਨ ਇਜ ਪ੍ਰੈਜੈਂਟ ਬੀਇੰਗ ਇੰਪਲੀਮੈਂਟਡ ਇਨ 476 ਆਈਡੈਂਟੀਫਾਈਡ ਡਿਸਟ੍ਰਿਕਟ ਫੋਰ 17 ਸਟੇਟ ਆਫ ਦਾ ਕੰਟਰੀ। ਮਤਲਬ 17 ਸਟੇਟਾਂ ਦੇ ਵਿੱਚ ਇਹ ਚਲਾਇਆ ਗਿਆ ਸੀ ਅਤੇ 476 ਜ਼ਿਲ੍ਹਿਆਂ ਦੇ ਵਿੱਚ ਇਹ ਆਈਡੈਂਟੀਫਾਈ ਕੀਤਾ ਗਿਆ ਸੀ ਇਹ ਮਿਸ਼ਨ ਪ੍ਰੈਜੈਂਟ ਕਰਕੇ, ਠੀਕ ਹੈ ਜੀ। ਇਸ ਤੋਂ ਬਾਅਦ ਚੌਥਾ ਪੁਆਇੰਟ, ਇਹ ਨਿਊ ਪ੍ਰੋਗਰਾਮ ਅੰਡਰ NMFSM ਕਾਲਡ ਦਾ ਐਕਸੀਲੇਟਡ ਪਲਸਸ ਪ੍ਰੋਡਕਸ਼ਨ ਪ੍ਰੋਗਰਾਮ, ਠੀਕ ਹੈ। ਇਹਦੇ ਅੰਡਰ ਹੀ ਕਿਹੜਾ ਚਲਾਇਆ ਸੀ, ਐਕਸੀਲੇਟਰ ਪਲਸਸ ਪ੍ਰੋਡਕਸ਼ਨ ਪ੍ਰੋਗਰਾਮ। ਦੇਖੋ ਜੀ ਇਹਦੇ ਵਿੱਚ ਯਾਦ ਕਰਨ ਵਾਲੀ ਕੋਈ ਇੰਪੋਰਟੈਂਟ ਚੀਜ਼ ਨਹੀਂ, ਸਿਰਫ ਇੱਕ ਆਹ ਚੀਜ਼ ਯਾਦ ਕਰ ਲਓ, ਇੱਕ 2007 ਵਾਲੀ, ਬਸ ਹੋਰ ਕੁਛ ਨਹੀਂ ਯਾਦ ਕਰਨ ਦੀ ਲੋੜ। ਇੱਕ ਆਹ ਕਿ 11ਵਾਂ ਪਲਾਨ ਸੀ ਪ੍ਰੋਡਕਸ਼ਨ ਵਧਾਉਣ ਵਾਸਤੇ, ਇੱਕ ਦੀ ਫੁੱਲ ਫਾਰਮ, ਦੋ ਚੀਜ਼ਾਂ ਯਾਦ ਕਰ ਲਓ। ਇਸ ਤੋਂ ਬਾਅਦ ਕੁਛ ਨਹੀਂ ਪੁੱਛਿਆ ਜਾਊਗਾ। ਇਸ ਤੋਂ ਬਾਅਦ ਜਿਵੇਂ ਆਹ ਚੀਜ਼ ਦਿੱਤੀ ਹੈ A3P ਦਾ ਮਤਲਬ ਕੀ ਸੀ, ਇਹਦੇ ਵਿੱਚ ਇੱਕ ਹੋਰ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਜਿਹਦਾ ਨਾਮ ਕੀ ਸੀ, ਐਕਸੀਲੇਟਡ ਪਲਸਿਸ ਪ੍ਰੋਡਕਸ਼ਨ ਪ੍ਰੋਗਰਾਮ। ਇਹਦੇ ਅੰਡਰ ਕੀ ਆਉਂਦਾ ਸੀ, 1000 ਬਲੌਕ ਡੀਮੋਨਸਟ੍ਰੇਸ਼ਨ ਆਫ ਟੈਕਨੋਲੋਜੀ ਹੈਜ਼ ਬੀਨ ਲਾਂਚਡ ਫਰੋਮ 2010 ਤੇ 11, ਇਹ ਤੁਸੀਂ ਰਹਿਣ ਦਿਓ, ਠੀਕ ਹੈ ਜੀ। ਹੁਣ ਦੇਖੋ ਜੀ, ਹੁਣ ਆਪਣੇ ਕੋਲ ਆ ਗਿਆ ਅੱਗੇ, ਦਿਸ ਪ੍ਰੋਗਰਾਮ ਵਿਲ ਇੱਕ ਮਿੰਟ ਬੱਚੇ ਮੈਨੂੰ ਫੋਨ ਆ। ਦਿਸ ਪ੍ਰੋਗਰਾਮ ਵਿਲ ਇਨੀਸ਼ੀਅਲੀ ਪ੍ਰਮੋਟ plant nutrient and plant protection centric technology in compact block of 11 hectare each for 5 major pulses crop name ਤੁਰ, ਮੂੰਗ, ਉਰਦ, ਗ੍ਰਾਮ ਐਂਡ ਲੈਂਟਲ, ਠੀਕ ਹੈ। ਲੈਂਟਲ ਹੁੰਦੀ ਹੈ ਮਸਰਾਂ ਦੀ ਦਾਲ। ਇਹ ਪ੍ਰੋਗਰਾਮ ਸੀ ਜਿਹੜਾ ਇਹਦੇ ਵਿੱਚ ਇਹ ਕਿਹਾ ਗਿਆ ਸੀ 1000 ਹੈਕਟੇਅਰ ਦੇ ਵਿੱਚ ਆਪਾਂ ਕੀ ਮਤਲਬ ਇਹਨਾਂ ਕਰੋਪ ਦੀ ਪ੍ਰੋਡਕਸ਼ਨ ਵਧਾਉਣੀ ਹੈ। ਇਸ ਤੋਂ ਬਾਅਦ ਕੰਪੋਨੈਂਟ ਐਕਟੀਵਿਟੀ ਆਫ NFSM, ਇਹਦੇ ਵਿੱਚ ਇੰਨਾ ਕੁਛ ਯਾਦ ਕਰਨ ਦੀ ਲੋੜ ਨਹੀਂ। ਇਹਦਾ ਮਤਲਬ ਇਹ ਦੇਖ ਲਓ ਕਿ ਮੇਨ ਚੀਜ਼ ਕੀ ਆਈ ਸੀ, ਪੈਕੇਜ ਆਫ ਪ੍ਰੈਕਟਿਸ ਦਾ ਮਤਲਬ ਕੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਮਤਲਬ ਆਪਾਂ ਇਹਨੂੰ ਗਰੋਥ ਕਰਨੀ ਇਹਦੀ ਆਪਾਂ ਫਸਲ ਦੀ। ਇਸ ਤੋਂ ਬਾਅਦ ਇੱਕ ਚਲਾਇਆ ਸੀ ਆਪਾਂ ਦੂਸਰੇ ਵਿੱਚ ਇਹ ਦੇਖ ਲਓ ਕਿ SRI ਦੀ ਫੁੱਲ ਫਾਰਮ ਯਾਦ ਕਰ ਲਓ, ਸਿਸਟਮ ਆਫ ਰਾਈਸ ਇੰਟੈਂਸੀਫਿਕੇਸ਼ਨ, ਠੀਕ ਹੈ ਜੀ। ਇਹਦੇ ਵਿੱਚ ਸਿਰਫ ਇਹ ਪੁੱਛਿਆ ਜਾਊਗਾ ਕਿ SRI ਦੀ ਫੁੱਲ ਫਾਰਮ ਪੁੱਛੀ ਜਾਊਗੀ, ਸਿਸਟਮ ਆਫ ਰਾਈਸ ਇੰਟੈਂਸੀਫਿਕੇਸ਼ਨ, ਓਕੇ ਜੀ। ਇਸ ਤੋਂ ਬਾਅਦ ਡਿਸਟਰੀਬਿਊਸ਼ਨ, ਕਾਹਦੇ ਵਿੱਚ ਇਹਨੇ ਡਿਸਟਰੀਬਿਊਸ਼ਨ ਕੀਤਾ ਸੀ, ਕਾਹਦੇ ਵਿੱਚ ਇਹਨੇ ਜ਼ਿਆਦਾ ਯੋਗਦਾਨ ਪਾਇਆ ਸੀ, ਹਾਈ ਜੀਲਡਿੰਗ ਵਰਾਇਟੀ ਦਾ ਮਤਲਬ ਕਿ ਵੱਧ ਝਾੜ ਵਾਲੀ ਵਰਾਇਟੀ ਰਾਈਸ ਦੀ ਹੋ ਗਈ, ਕਣਕ ਦੀ ਹੋ ਗਈ, ਪਲਸਸ ਦੀ ਅਤੇ ਹਾਈਬ੍ਰਿਡ ਰਾਈਸ, ਠੀਕ ਹੈ ਜੀ। ਇਸ ਤੋਂ ਬਾਅਦ ਸੋਇਲ ਐਮਲੀਰੈਂਟਸ ਸੱਚ ਐਸ ਜਿਪਸਮ, ਲਾਈਮ, ਮਾਈਕਰੋਨਿਊਟ੍ਰੀਐਂਟ ਟੂ ਰੀਸਟੋਰ ਸੋਇਲ ਫਰਟੀਲਿਟੀ ਫੋਰ ਹਾਇਰ ਪ੍ਰੋਡਕਟੀਵਿਟੀ। ਇਹਦੇ ਵਿੱਚ ਕੀ ਚੀਜ਼ ਹੈ ਬੱਚੇ, ਇਹ 'ਚ ਕੀ ਹੈਗੀ, ਸੋਇਲ ਦੇ ਵਿੱਚ ਉਹਦੀ ਹਾਇਰ ਪ੍ਰੋਡਕਟੀਵਿਟੀ ਕਰਦੀ, ਸੋਇਲ ਦੀ ਫਰਟੀਲਿਟੀ ਕੀ ਹੁੰਦੀ, ਪਹਿਲੀ ਗੱਲ ਪ੍ਰਸ਼ਨ ਇਹ ਪੁੱਛ ਸਕਦੇ ਆ, ਸੋਇਲ ਫਰਟੀਲਿਟੀ ਕੀ ਹੁੰਦੀ ਹੈ। ਸੋਇਲ ਫਰਟੀਲਿਟੀ ਵਿੱਚ ਇਹ ਹੁੰਦੀ ਹੈ ਕਿ ਸੋਇਲ ਦੀ ਆਪਾਂ ਦੇਖਣੀ ਕਿ ਸੋਇਲ ਦੇ ਵਿੱਚ ਕਿੰਨੀ ਕੁ ਪਾਵਰ ਹੈਗੀ, ਉਹ ਕਿੰਨਾ ਕੁ ਝਾੜ ਪੈਦਾ ਕਰ ਸਕਦੀ ਹੈ। ਹਾਇਰ ਪ੍ਰੋਡਕਟੀਵਿਟੀ ਕਹਿੰਦਾ ਮਤਲਬ ਉਹਦੇ ਵਿੱਚ ਆਪਾਂ ਨਿਊਟਰੀਐਂਟ ਦੇਖਣਾ ਗਾ, ਕਿੰਨਾ ਕੁ ਨਿਊਟਰੀਐਂਟ ਹੈ ਉਹਦੇ ਵਿੱਚ ਹੈਗਾ ਗਾ, ਠੀਕ ਹੈ, ਕਿੰਨੀ ਕੁ ਉਹਦੀ ਸ਼ਕਤੀ ਹੈ ਜਿਹਦੇ ਕਰਕੇ ਉਹਦੀ ਪ੍ਰੋਡਕਸ਼ਨ ਜ਼ਿਆਦਾ ਹੋ ਸਕੇ, ਉਹਦੇ ਵਿੱਚ ਹਾਈ ਪ੍ਰੋਡਕਟੀਵਿਟੀ ਹੋ ਸਕੇ ਝਾੜ ਦੀ, ਠੀਕ ਹੈ ਜੀ। ਇਹ ਮਤਲਬ ਵਿੱਚ ਜਿਪਸਮ ਦਾ ਮਤਲਬ ਹੁੰਦਾ ਆਪਾਂ ਮਤਲਬ ਫਸਲ ਨੂੰ ਆਪਾਂ ਜਿਹੜੀ ਮਿੱਟੀ ਹੁੰਦੀ ਹੈ ਉਹਨੂੰ ਕਿਹੜੇ ਉਹਦੇ 'ਚ ਬਦਲਣਾ ਗਾ, ਜਿਵੇਂ ਆਪਾਂ ਇਹਦੇ 'ਚ ਪੜ੍ਹਦੇ ਹੁੰਦੇ ਹਾਂ, ਮੇਰੇ ਦਿਮਾਗ 'ਚੋਂ ਸਕਿੱਪ ਕਰੀ ਜਾਂਦੀ ਹੈ ਉਹ ਚੀਜ਼, ਹਾਂ ਐਸਿਡਿਕ ਦੇ ਵਿੱਚ ਬਦਲਣ ਵਾਸਤੇ ਆਪਾਂ ਜਿਪਸਮ ਵਰਤਦੇ ਹੁੰਦੇ ਹਾਂ, ਜੇ ਹੋਰ ਵੀ ਨਿਊਟਰੀਐਂਟ ਪਾਉਣੇ ਆ। ਇਸ ਤੋਂ ਬਾਅਦ ਇਹਦੀ ਵੀ ਫੁੱਲ ਫਾਰਮ ਯਾਦ ਕਰ ਲਓ, IPM ਦੀ ਫੁੱਲ ਫਾਰਮ ਕੀ ਹੈ, ਇੰਟੀਗ੍ਰੇਟਡ ਪੈਸਟ ਮੈਨੇਜਮੈਂਟ। ਇਸ ਤੋਂ ਬਾਅਦ ਅਗਲਾ ਪੁਆਇੰਟ, ਇੰਪਰੂਵ ਫਾਰਮ ਮਸ਼ੀਨਰੀ ਇਨਕਲੂਡਿੰਗ ਵਾਟਰ ਸੇਵਿੰਗ ਡਿਵਾਈਸ ਹੈਵ ਬੀਨ
ਡਿਸਟਰੀਬਿਊਟਡ। ਇਸ ਤੋਂ ਬਾਅਦ ਅਗਲਾ ਹੈਗਾ ਕਿ ਜਿਹੜੀ ਫਾਰਮ ਦੀ ਮਸ਼ੀਨਰੀ ਹੈ, ਜਿਵੇਂ ਟਰੈਕਟਰ ਹੋ ਗਏ, ਪਹਿਲਾਂ ਲੋਕ ਬਲਦਾਂ ਨਾਲ ਖੇਤੀ ਕਰਦੇ ਸੀ, ਹੁਣ ਉਵੇਂ ਜਿਵੇਂ ਕਿ ਆ ਗਏ ਟਰੈਕਟਰ ਆ ਗਏ, ਜਿਨ੍ਹਾਂ ਕਰਕੇ ਕੰਮ ਕਰਨਾ ਹੋਰ ਵੀ ਸੌਖਾ ਹੋ ਗਿਆ। ਇਸ ਤੋਂ ਬਾਅਦ ਜਿਹੜਾ ਅਗਲਾ ਗਾ ਉਹ ਹੈਗਾ ਗਾ, ਇਹਦੀ ਫੁੱਲ ਫਾਰਮ ਯਾਦ ਕਰ ਲਓ FFS। FFS ਦੀ ਫੁੱਲ ਫਾਰਮ ਕੀ ਹੈ? ਫਾਰਮਰ ਇਜ਼ ਫੀਲਡ ਸਕੂਲ, ਜਿੱਥੇ ਕਿ ਇਹਨਾਂ ਨੂੰ ਲੇਵਲ ਟ੍ਰੇਨਿੰਗ ਦਿੱਤੀ ਜਾਂਦੀ ਹੈਗੀ ਕਿ ਫਸਲ ਨੂੰ ਕਿਵੇਂ ਆਪਾਂ ਫੀਲਡ ਨੂੰ ਇੱਕ ਵਧੀਆ ਖੇਤੀਯੋਗ ਬਣਾਉਣਾ ਗਾ। ਇਸ ਤੋਂ ਬਾਅਦ ਇਨ ਐਡੀਸ਼ਨ ਸ਼ੁਰੂ ਦੇ ਵਿੱਚ ਅਬਾਊਟ ਸਰਵਰ ਲੈਕ ਬਲੌਕ ਡਿਮੋਨਸਟ੍ਰੇਸ਼ਨ ਹੈ ਬੀਨ ਕੰਡਕਟਡ ਡੂਰਿੰਗ ਦਾ 2010 ਖਰੀਫ ਅੰਡਰ A3P। ਇਹ ਲਾਈਨ ਰਹਿਣ ਦਿਓ, ਇਹਦਾ ਕੋਈ ਮਤਲਬ ਨਹੀਂ। ਇਸ ਤੋਂ ਬਾਅਦ ਦੂਸਰੀ ਦੀ ਸਕੀਮ ਹੈਗੀ ਹੈ, ਉਹਦੀ ਪਹਿਲਾਂ ਸਭ ਤੋਂ ਪਹਿਲਾਂ ਫੁੱਲ ਫਾਰਮ ਰਾਸ਼ਟਰੀਆ ਕ੍ਰਿਸ਼ੀ ਵਿਕਾਸ ਯੋਜਨਾ। ਦਾ RKBY ਵਾਜ ਲਾਂਚਡ ਇਨ 2007 ਇਨ ਦਾ ਰਿਕਮੈਂਡੇਸ਼ਨ ਆਫ ਦਾ ਨੈਸ਼ਨਲ ਡਿਵੈਲਪਮੈਂਟ ਕਾਊਂਸਲ ਆਫ ਇੰਡੀਆ। ਇਸ ਤੋਂ ਬਾਅਦ ਵਿਦ ਐਨ ਆਊਟਪੇ ਆਫ 25,000 ਕਰੋੜ ਇਨ ਦਾ for the 11th plan to incentivize states of enhance public investment so as to achieve a 4% growth rate in agriculture and allied sector during the 11th plan। ठीक है जी, ये भी कोई याद करने की लोड़ नहीं, बस तुम सिर्फ ये कली एक फॉर्म ही याद कर लो। ਇਹਦਾ ਕੋਈ ਬਾਹਲਾ ਰੋਲ ਨਹੀਂ, ਇਹਦਾ ਬਸ ਇਹੀ ਹੈ ਕਿ ਇਹਦੇ 'ਤੇ 25,000 ਕਰੋੜ ਲਾਇਆ ਸੀ ਸਕੀਮ ਦੇ ਵਿੱਚ। ਕਿਦੋਂ ਸਕੀਮ ਆਈ ਸੀ? 11ਵੇਂ ਪਲਾਨ ਦੇ ਵਿੱਚ ਇਹ ਸਕੀਮ ਆਈ ਸੀ, ਅਤੇ ਇਹਦੇ ਨਾਲ ਕੀ ਹੋਇਆ ਸੀ? 4% ਜਿਹੜਾ ਸੀ ਰੇਟ ਸੀ ਜਿਹੜਾ ਉਹ ਗਰੋਥ ਕਰ ਗਿਆ ਸੀ। ਠੀਕ ਹੈ ਜੀ। ਇਸ ਤੋਂ ਬਾਅਦ ਇਹਦੇ ਦੂਸਰਾ ਪੁਆਇੰਟ ਦੇਖ ਲਓ, RKB ਹੈਜ ਐਜ emerged as the principal instrument in financing development for agriculture and allied sector in the country। ਇਹ ਵੀ ਕੋਈ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ। ਇਸ ਤੋਂ ਬਾਅਦ ਤੀਸਰਾ ਪੁਆਇੰਟ, ਇਟ ਇਜ਼ ਕਵਰੇਜ convergence with other scheme like Mahatma Gandhi National Rural Employment Scheme is expected to boost development of the agrarian economy। ਠੀਕ ਹੈ ਜੀ। ਇਹਦੇ ਨਾਲ ਇੱਕ ਹੋਰ ਵੀ ਇੱਕ ਮਿਲਦੀ ਜੁਲਦੀ ਸਕੀਮ ਸੀ, ਜਿਵੇਂ ਕਿ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲੋਇਮੈਂਟ ਸਕੀਮ। ਇਹਦੇ ਵਿੱਚ ਕੀ ਸੀ? ਆਪਣੀਆਂ ਜਿਹੜੀ ਇਕਨੋਮੀ ਸੀ ਉਹਨੂੰ ਸੈੱਟ ਕਰਨਾ ਸੀ। ਠੀਕ ਹੈ। ਤੀਜੀ ਸਕੀਮ ਕਿਹੜੀ ਆਪਣੀ? ISO POM ਇੰਟੀਗ੍ਰੇਟਡ ਸਕੀਮ ਆਫ ਆਇਲ ਸੀਡ ਪਲਸਿਸ ਆਇਲ ਪਲਮ ਮੇਜ। ਜਿਹੜੀ ਇਹ ਸਕੀਮ ਸੀ, ਇਹ ਸਕੀਮ ਆਪਣੀ ਆਈ ਸੀ ਆਇਲ ਸੀਡ ਲਈ, ਪਲਸਿਸ ਲਈ, ਆਇਲ ਪਲਮ ਮੇਜ। ਹੁਣ ਆਪਾਂ ਜਿਹੜੀ ਗੱਲ ਕਰਨੀ ਇੰਟੀਗ੍ਰੇਟਡ ਸਕੀਮ, ਇਹਦੀ ਵੀ ਫੁੱਲ ਫਾਰਮ ਪੁੱਛੀ ਜਾਣੀ ਹੈ ISO ਦੀ। ਅਤੇ ਇਹਦੇ ਵਿੱਚ ਦੇਖੋ ਆਇਲ ਸੀਡ ਹੁੰਦੀ ਹੈ, ਜਿਵੇਂ ਮਸਟਰਡ ਸਰੋਂ ਹੋ ਗਈ, ਮਸਟਰਡ ਸਰੋਂ ਨੂੰ ਕਹਿ ਦਿੰਦੇ ਆ, ਪਲਸਿਸ ਦਾਲਾਂ ਨੂੰ ਕਹਿ ਦਿੰਦੇ ਆ, ਆਇਲ ਪਲਮ ਜਿਹੜਾ ਆਇਲ ਮਤਲਬ ਮੇਜ ਮਨੇ ਮੱਕੀ। ਠੀਕ ਹੈ। ਇੱਕ ਮੈਂ ਤੁਹਾਨੂੰ ਪਹਿਲਾਂ ਵੀ ਪ੍ਰੀਸ਼ਨ ਕਰਾ ਗਿਆ ਸੀ, ਕਿਊਨ ਆਫ ਅਨਾਜ ਦੀ ਦਾਣੀ ਕਿਹਨੂੰ ਕਿਹਾ ਜਾਂਦਾ? ਉਹ ਕਿਹਾ ਜਾਂਦਾ ਆਪਣੀ ਮੇਜ ਨੂੰ। ਦਾ ISO PM ਇਜ਼ ਬੀਇੰਗ ਇੰਪਲੀਮੈਂਟ 14 ਮੇਜਰ ਸਟੇਟ ਆਫ ਆਇਲ ਸੀਡ ਐਂਡ ਪਲਸਿਸ, 15 ਫੋਰ ਮੇਜ ਐਂਡ 10 ਫੋਰ ਆਇਲ ਪਲਮ। ਇਹ ਵੀ ਤੁਹਾਨੂੰ ਕੁਛ ਵੀ ਯਾਦ ਕਰਨ ਦੀ ਲੋੜ ਨਹੀਂ, ਬਸ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਕਿ ਇੱਕ ਇਹਦੀ ਸਕੀਮ ਯਾਦ ਕਰ ਲਓ, ਇੱਕ ਇਹ ਕਦੋਂ ਲਾਂਚ ਹੋਈ ਸੀ, ਬਸ ਇਹ ਯਾਦ ਇੱਕ ਨਾ ਫੁੱਲ ਫਾਰਮ, ਇੱਕ ਇਹ ਕਦੋਂ ਲਾਂਚ ਹੋਈ ਸੀ, ਇਹ ਚੀਜ਼। ਹੋਰ ਕੁਛ ਯਾਦ ਕਰਨ ਦੀ ਨਹੀਂ ਲੋੜ ਹੈ ਨਹੀਂ ਇਹਦੇ ਵਿੱਚ ਸਾਨੂੰ। ਦੇਖੋ ਆ ਵੀ ਪੁਆਇੰਟ ਹੀ ਦਾ ਸਕੀਮ ਪ੍ਰੋਵਾਈਡ ਫਲੈਕਸੀਬਿਲਿਟੀ। ਇਹ ਜਿਹੜੀ ਸਕੀਮ ਸੀ ਇਹਨੇ ਇੱਕ ਫਲੈਕਸੀਬਿਲਿਟੀ ਪ੍ਰੋਵਾਈਡ ਕੀਤੀ ਸੀ ਟੂ ਦਾ ਸਟੇਟ ਇੰਪਲੀਮੈਂਟੇਸ਼ਨ ਬੇਸਡ ਔਨ ਦਾ ਰੀਜਨਲੀ ਡਿਫਰੈਂਟੀਏਟਡ ਅਪਰੋਚ ਟੂ ਪ੍ਰਮੋਟਿੰਗ ਕਰੋਪ ਡਿਵਰਸੀਫਿਕੇਸ਼ਨ। ਇਹਨੇ ਕੀ ਕੀਤਾ ਸੀ? ਇੱਕ ਫਲੈਕਸੀਬਲ ਕੰਮ ਕਰਤਾ। ਫਲੈਕਸੀਬਲ ਦਾ ਮਤਲਬ ਕੀ ਹੈਗਾ ਕਿ ਅਲੱਗ-ਅਲੱਗ ਸਟੇਟਾਂ ਦੇ ਵਿੱਚ ਮਤਲਬ ਖੇਤੀ ਨੂੰ ਪ੍ਰਮੋਟ ਕਰਨਾ ਸੌਖਾ ਹੋ ਗਿਆ ਸੀ। ਇਸ ਤੋਂ ਬਾਅਦ ਯਾਦ ਕਰਨ ਦੀ ਕੋਈ ਇਹ ਤੋਂ ਅੱਗੇ ਵੀ ਕੋਈ ਦੇਖਣ ਦੀ ਲੋੜ ਨਹੀਂ ਹੈਗੀ, ਜਿਵੇਂ ਅੱਗੇ ਆਹ ਪੁਆਇੰਟ ਦਿੱਤਾ ਵਾ ਆਪਣਾ ਅੰਡਰ ਦਾ ਸਕੀਮ ਅਸਿਸਟੈਂਸ ਇਨ ਪ੍ਰੋਵਾਈਡਡ ਫੋਰ ਪਰਸੇਜ ਆਫ ਬਰੀਡਰ ਸੀਡ, ਪ੍ਰੋਡਕਸ਼ਨ ਆਫ ਫਾਊਂਡੇਸ਼ਨ ਸੀਡ, ਪ੍ਰੋਡਕਸ਼ਨ ਡਿਸਟਰੀਬਿਊਸ਼ਨ ਆਫ ਸਰਟੀਫਾਈਡ ਸੀਡ, ਡਿਸਟਰੀਬਿਊਸ਼ਨ ਟੂ ਸੀਡ ਮਿਨੀਕੇਟ। ਇਹਦਾ ਮਤਲਬ ਕਿ ਸਕੀਮ ਦੇ ਅੰਡਰ ਕੀ ਸੀ? ਬੀਜਾਂ ਨੂੰ ਸੋਧ ਕੇ ਭੇਜਿਆ ਜਾਂਦਾ ਸੀ। ਠੀਕ ਹੈ। ਬੀਡਾਂ ਨੂੰ ਸਰਟੀਫਾਈ ਕੀਤਾ ਜਾਂਦਾ ਸੀ। ਇਕਵਿਪਮੈਂਟ ਸੀ ਜਿਹੜੀ ਬੀਡ ਸਾਈਡ ਮਤਲਬ ਜਿਹੜੇ ਨਦੀਨਾਂ ਨੂੰ ਮਾਰਦੇ ਆ। ਠੀਕ ਹੈ। ਸਪਰਿੰਕਲ, ਜਿਵੇਂ ਹੁਣ ਸਪਰਿੰਕਲ ਇਰੀਗੇਸ਼ਨ ਜਿਹਦੇ ਕਰਕੇ ਫੁਹਾਰਾ ਜਾ ਪੌਦਿਆਂ ਦੇ ਉੱਤੇ ਵੱਧਦਾ, ਜਿਪਸਮ ਦਾ ਮਤਲਬ ਕਿ ਮਿੱਟੀ ਦੀ ਸੋਇਲ ਫਰਟੀਲਿਟੀ ਦੇਖਣੀ, ਉਹ ਸਾਰੀਆਂ ਚੀਜ਼ਾਂ ਸੀ। ਕੁਛ ਵੀ ਯਾਦ ਕਰਨ ਦੀ ਇਹਦੇ ਵਿੱਚ ਤੁਹਾਨੂੰ ਲੋੜ ਨਹੀਂ, ਬਸ ਜਿਹੜੀ ਲੋੜ ਹੈਗੀ ਆ ਉਹ ਹੈਗੀ ਇੱਕ ਫੁੱਲ ਫਾਰਮ ਇੱਕ ਕਦੋਂ ਲਾਂਚ ਹੋਈ ਸੀ। ਇਸ ਤੋਂ ਬਾਅਦ ਜਿਹੜੀ ਚੀਜ਼ ਮੈਂ ਦੱਸਦਾ ਬਸ ਉਹੀ ਯਾਦ ਕਰੋ, ਬਾਕੀ ਮੇਰੀ ਵੀਡੀਓ ਆਹ ਦਾ ਬਸ ਇੱਕ ਸਮਝਣ ਵਾਸਤੇ ਤੁਸੀਂ ਕਰ ਲਓ। ਮੇਨ ਤੁਸੀਂ ਕੀ ਕਰਨਾ? ਆਤਮਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਆਤਮਾ ਗਾ, ਇਹ ਲਿਖ ਕੇ ਦੇਣ ਨੂੰ ਤਿਆਰ ਆ। ਜੇ ਪੇਪਰ ਦੇ ਵਿੱਚ ਨਾ ਆਇਆ, ਵੈਰੀ 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 ਇੰਪੋਰਟੈਂਟ ਆ ਆਤਮਾ। ਆਤਮਾ ਨਹੀਂ ਭੁੱਲਣਾ ਇਕੱਲਾ। ਠੀਕ ਹੈ। ਆਤਮਾ ਦੀ ਫੁੱਲ ਫਾਰਮ ਦੇਖ ਲਓ ਕੀ ਹੈ। ਆਤਮਾ ਦੀ ਜਿਹੜੀ ਫੁੱਲ ਫਾਰਮ ਹੈਗੀ ਹੈ ਉਹ ਹੈਗੀ ਆਪਣੀ ਐਗਰੀਕਲਚਰ ਟੈਕਨੋਲੋਜੀ ਮੈਨੇਜਮੈਂਟ ਏਜੰਸੀ। ਐਟ ਡਿਸਟ੍ਰਿਕਟ ਲੈਵਲ
to operationalize the extension reform with the active participation of farmer group, non-government organization, NGO, कृषि विज्ञान केंद्र, पंचायत राज इंस्टीट्यूट एंड अदर स्टेक होल्डर ऑपरेट एट डिस्ट्रिक्ट लेवल एंड बिलो अप टू अक्तूबर 2010 591 डिस्ट्रिक्ट लेवल आत्मा हैज बीन एस्टैबलिश। ठीक है जी। ये ये दस्या गया कि ये अंडर कि होर चीज़ां जिन्होंने इन्होंने पार्टिसिपेट किया जिवें कृषि के कृषि विज्ञान केंद्र, पंचायती राज इंस्टीट्यूट, बहुत सारिया चीज़ों ने इन्होंने मिल के वो करा डीप सेंटर। बस तुम कुछ नहीं देखना, ये सिर्फ आत्मा की गली फुल फार्म याद कर लो। इस तो बाद आ गया था नैशनल हॉर्टीकल्चर मिशन HM। हॉर्टीकल्चर के बागबानी की, एग्रीकल्चर, वैजीटेबल की स्टडी, पोमोलॉजी फ्रूट की स्टडी, वो सारिया ही आ जाए। हॉर्टीकल्चर की ब्रांच आ सारिया ही। ठीक है। ये भी याद करना नैशनल हॉर्टीकल्चर मिशन 2005 के लॉन्च किया गया सी। बस होर कुछ नहीं याद करना तुम ये। अज मैं तुहानूं दस के गया सी कि फ्रूट तो वैजीटेबल, फ्रूट की स्टडी आप कहने होंगे पोमोलॉजी, तो वैजीटेबल की कहने होंगे आप एग्रीकल्चर। ये दो स्टडियां नहीं भुल्लनियां, याद कर लो। ये ब्रांचा जिहड़ियां हॉर्टीकल्चर दी ब्रांचा हैगियां। तो बस तुम ये देख लो। मेन तो स्कीम की फुल फार्म एक लॉन्च कदों हुई सी, बस दो चीज़ें देखने। इस तो बाद आ गया नैशनल मिशन इन्हें माइक्रो इरीग्रेशन। माइक्रो इरीग्रेशन की होंदा गा कि मतलब आप पहले ये फुल फार्म समझ लो। NMMI 2010 के लॉन्च की गई सी। द सेंट्रली स्पॉन्सर नैशनल मिशन इन ऑन माइक्रो इरीग्रेशन बाज लॉन्चड जून 2010। इन एडिशन द अर्लीयर माइक्रो इरीग्रेशन स्कीम लॉन्चड इन जनवरी 2006 इरीगेशन का मतलब सिंचाई करना, माइक्रो सिंचाई करना माइक्रो ढंग नाल। ठीक है जी। द मिशन इज बीइंग इंप्लीमेंट ड्यूरिंग द 11th प्लान पीरियड फॉर एनहेंस वाटर यूज एफिशिएंसी बाय अडॉप्टिंग ड्रिप एंड स्प्रिंकल इरीगेशन सिस्टम इन आल स्टेट जूनियर टेरिटरीज फॉर बोथ हॉर्टीकल्चर एंड एग्रीकल्चर क्रॉप। ये की दसा गया कि ये जी अपनी माइक्रो इरीगेशन से ये कि चीज़ा लेतियां गई माइक्रो इरीगेशन एक लेती गई सी ड्रिप इरीगेशन, एक स्प्रिंकल इरीगेशन। हुण ये बारे दोबारा एक बार फिर दसदा, पहला भी एक दो बार वीडियो च दस चुक्या। ड्रिप इरीगेशन की होंदी है। पहला स्प्रिंकल इरीगेशन दसदा। स्प्रिंकल इरीगेशन की होंदी है। जी स्प्रिंकल इरीगेशन होंदी है ना, ये की होंदा कि ये एक फहारा जिहा होंदा विचाले लग्या वा, जिवें टूटी हो गई, इत्थे ना घुग्गी जी लगी होंदी है, वो सारे किते मतलब आए हवा दिंदी, मतलब पानी दिंदी है बूटिਆਂ ਨੂੰ। ठीक है ना, वो उपर पत्तिਆਂ के उपर पानी डिग्गी जाता जिवें मींह पैंदा हुंदा। वो चीज़ नूं कहंदे ना स्प्रिंकल इरीगेशन, एक फहारे जे वांगू काम करदा। तो दूसरी गल करते आपां ड्रिप इरीगेशन। ड्रिप इरीगेशन सी जिहड़ा ये सब तो पहलां किहड़ी स्टेट ने चलाया, किहड़ी मतलब कंट्री ने चलाया सी ड्रिप इरीगेशन? ये सब तो पहलां चलाया सी इजराइल ने। इजराइल ने चलाया सी सब तो पहलां ड्रिप इरीगेशन। ड्रिप इरीगेशन दे विच की हुंदा? ड्रिप इरीगेशन दे विच इह हुंदा गा कि मतलब आ पौधा, आ भी पौधा, आ भी पौधा, आ भी पौधा। ठीक है ना। इत्थों दी इक पैप कड्ढी जाती हुंदी है, पैप पाती, वो पैप दे विच ना एक एक तिवका पानी दा इहदियां जड़ां दे विच डिग्गी जांदा गा, जिन्नी जिन्नी पानी की लोड़ है। ठीक है। उहनूं आपां कहने ड्रिप इरीगेशन। ड्रिप का मतलब हुंदा पानी की बूंद, बूंद नूं ड्रिप कह दिंदे आपां। ठीक है जी। इहनूं कहंदे ये सब तो पहलां इजराइल दे विच शुरू की गई सी। ये उह स्टेटां दे विच चलदी है जिथे कि पानी की बाहली घाट हैगी। ठीक है। इस तो बाद आ गया नैशनल बंबू मिशन। बंबू पहली गल तां ये नहीं पता होना किसी को कि बंबू हुंदा की। बंबू आपां किहनूं कहंदे बांस नूं, बांस नूं जिहड़ा भालू हुंदा ना, वो बंबू च रह के ज़्यादा खुश हैगा। नैशनल बंबू मिशन कदों लॉन्च होया सी? नवंबर 2004 दे विच। बस इन्नी चीज़ याद करनी है। वो तुहानूं इहदे विच कुछ भी याद करने की लोड़ नहीं हैगी। मैं लिख के देने त्यार जो प्रैशन बनूंगा तो इत्थों बनूंगा, नहीं होर कितों नहीं प्रैशन बनूंगा, क्योंकि सिलेबस बहुत ज़्यादा है। प्रोग्राम की फुल मतलब जी फुल फार्म के ही बन जूगा। इस तो बाद आ गया किसान क्रैडिट स्कीम। ये भी बहुत 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 ज़्यादा इंपोर्टेंट है। जिमें थोनों मैं पहला दस के गया गा आत्मा स्कीम है जी, वो इंपोर्टेंट है। उमें जिमें ये भी बहुत ज़्यादा इंपोर्टेंट है। ये देख लो किसान क्रैडिट कार्ड स्कीम। ये की सी? इन्होंने चलाई सी फ्रॉम खरीफ फसलों वास्ते 2006 से 7 के टू 2008 तो 2009 तक फार्मर वर रिसीविंग क्रॉप लोन अप टू प्रिंसीपल अमाउंट ऑफ 3 लाख एट 7% इंटरस्ट। 3 लाख रुपये तो उन्होंने की लगते 7% ब्याज लगते लोन लै सकते सी अपनी क्रॉप वास्ते।
ठीक है जी। ये वास्ते चलाई सी, बस ये मेन कारण यही है कि यह लोन लैन वास्ते एक स्कीम चलाई सी। बस इन्ना याद कर लो। इस तो बाद ये की सी इन द ईयर 2009 ਤੇ 10 ਦੇ ਵਿੱਚ ਗੌਰਮੈਂਟ ਪ੍ਰੋਵਾਈਡਡ ਇਨ ਐਡੀਸ਼ਨ 1% ਇੰਟਰਸਟ ਸਬਵੈਂਸ਼ਨ ਟੂ ਦੋਜ਼ ਫਾਰਮਰ ਹੂ ਰੈਪਿਡ ਦੇਅਰ ਸ਼ਾਰਟ ਟਰਮ ਕ੍ਰੌਪ ਲੋਨ ਐਸ ਸ਼ਡਿਊਲ। ਉਹਨਾਂ ਵਾਸਤੇ 1% ਇਹਨਾਂ ਨੇ ਘੱਟ ਕਰਦੇ, ਜਿਹੜੇ ਜਿਨ੍ਹਾਂ ਲੈਣ ਦੇਣ ਸਭ ਤੋਂ ਵਧੀਆ ਸੀ, ਥੋੜ੍ਹੇ ਟਾਈਮ ਦੇ ਵਿੱਚ ਲੈਣ ਦੇਣ ਆਪਦਾ ਬੈਂਕ ਦਾ ਸਹੀ ਰੱਖਣ ਲੱਗ ਗਏ ਸੀ। ਇਸ ਤੋਂ ਬਾਅਦ ਕੀ ਹੋਇਆ ਸੀ, ਤਾਂ ਗੌਰਮੈਂਟ ਹੈਜ਼ ਰੇਜ਼ਡ ਦਾ ਸਬਵੈਂਸ਼ਨ ਫੋਰ ਟਾਈਮਲੀ ਰੀਪੇਮੈਂਟ ਆਫ ਕ੍ਰੌਪ ਲੋਨ 1% ਟੂ 3% ਫਰੋਮ ਦਾ 2010 ਦੇ ਤੋਂ 11 ਦੇ ਵਿੱਚ ਇਹਨੇ 1% ਤੋਂ ਕਿੰਨਾ ਕਰਦੇ 3% ਵਿਆਜ ਕਰਤਾ ਸੀ। ਠੀਕ ਹੈ ਲੋਨ ਦਾ। ਬਸ ਆਹ ਤੁਸੀਂ ਯਾਦ ਕਰਨ ਦੀ ਕੋਈ ਲੋੜ ਨਹੀਂ। ਇਸ ਤੋਂ ਬਾਅਦ ਆ ਗਿਆ 9ਵੇਂ ਨੰਬਰ 'ਤੇ। ਇਸ ਤੋਂ ਬਾਅਦ ਆ ਗਿਆ NAIS ਦੀ ਫੁੱਲ ਫਾਰਮ ਕੀ ਹੈ, ਇਹ ਬਸ ਯਾਦ ਕਰ ਲਓ, ਨੈਸ਼ਨਲ ਐਗਰੀਕਲਚਰ ਇੰਸ਼ੋਰੈਂਸ ਸਕੀਮ। ਬਸ ਇਹ ਯਾਦ ਕਰ ਲਓ, ਹੋਰ ਇਹਦੇ ਵਿੱਚ ਕੁਛ ਵੀ ਯਾਦ ਕਰਨ ਦੀ ਲੋੜ ਨਹੀਂ। ਇਸ ਤੋਂ ਬਾਅਦ 10ਵਾਂ ਵੈਦਰ ਵੇਸਡ ਕ੍ਰੌਪ ਇੰਸ਼ੋਰੈਂਸ ਸਕੀਮ। ਇਹ ਕਿਹਨੇ ਇਹ ਅਨਾਊਂਸ ਕਰੀ ਸੀ ਇਹਨਾਂ ਨੇ, ਜਿਹੜਾ ਯੂਨੀਅਨ ਬਜਟ ਇਹਨਾਂ ਨੇ ਪੈਦਾ ਮਤਲਬ ਜਿਹੜਾ ਯੂਨੀਅਨ ਬਜਟ ਇਹਨੇ ਪੇਸ਼ ਕੀਤਾ 2007 ਦੇ ਵਿੱਚ ਸਿਲੈਕਟਡ ਸਟੇਟਾਂ ਦੇ ਵਿੱਚ ਅਤੇ ਥੋੜ੍ਹੀਆਂ ਜਿਹੀ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਵੀ ਲਾਂਚ ਕੀਤੇ। ਬਸ ਇਹਦੀ ਵੀ ਫੁੱਲ ਫਾਰਮ ਹੀ ਇਕੱਲੀ ਯਾਦ ਕਰ ਲਓ। ਆਖਰੀ ਪੇਜ ਹੈਗਾ, ਇਹ ਦੇਖ ਲਓ। ਇਸ ਤੋਂ ਬਾਅਦ ਕਿਸਾਨ ਕਾਲ ਸੈਂਟਰ, ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ। ਬਸ ਇਹਦੇ ਵਿੱਚ ਕੁਛ ਨਹੀਂ ਯਾਦ ਕਰਨੀ ਚੀਜ਼, ਇਹ ਬਸ ਤੁਸੀਂ ਸਿਰਫ ਸਮਝ ਲਓ। ਦ ਕਿਸਾਨ ਕਾਲ ਸੈਂਟਰ ਸਕੀਮ ਬਾਜ ਲਾਂਚਰ 21 ਜੈਨ 2004 ਟੂ ਪ੍ਰੋਵਾਈਡ ਐਗਰੀਕਲਚਰ ਇਨਫੋਰਮੇਸ਼ਨ ਦਾ ਫਾਰਮਿੰਗ ਕਮਿਊਨਿਟੀ ਥਰੂ ਟੋਲ ਫਰੀ ਟੈਲੀਫੋਨ। ਕਿ ਕਿਸੇ ਵੀ ਕਿਸਾਨ ਨੂੰ ਆਪਣੀ ਖੇਤੀ ਬਾਰੇ, ਆਪਣੀ ਮਿੱਟੀ ਬਾਰੇ, ਆਪਣੇ ਬੀਆਂ ਬਾਰੇ, ਕੋਈ ਨੂੰ ਬਿਮਾਰੀ ਲੱਗੀ ਬੂਟੇ ਨੂੰ ਉਹਦੇ ਬਾਰੇ ਪਤਾ ਕਰਨਾ, ਤਾਂ ਉਹ ਆਪਣੀ ਜਿਹੜੀ ਫਾਰਮ ਨੇ, ਇੱਕ ਕਿਸਾਨਾਂ ਦੀ ਇੱਕ ਕਮਿਊਨਿਟੀ ਬਣਿਆ ਹੁੰਦਾ ਕਿ ਇੱਕ ਮਤਲਬ ਸੰਸਥਾ ਜਿਹੜੀ ਕਿਸਾਨਾਂ ਦੀ ਇੱਕ ਇਹਦਾ ਮਹਿਕਮਾ ਬਣਿਆ ਹੋਇਆ ਹੈਗਾ ਕਿਸਾਨ, ਜਿਵੇਂ ਕਿਸਾਨ ਯੂਨੀਅਨ ਹੋ ਗਈ। ਅਤੇ ਉਵੇਂ ਜਿਹੜਾ ਇਹਦਾ ਮਹਿਕਮਾ ਉਹ ਕੋਈ ਵੀ ਗੱਲ ਜਿਹੜੀ ਪੁੱਛਦੀ ਉਹ ਪੁੱਛ ਸਕਦਾ ਕਿ ਫਰੀ ਨੰਬਰ ਹੈ ਅਤੇ ਕੋਈ ਵੀ ਪੈਸਾ ਨਹੀਂ ਲੱਗੂਗਾ। ਇਹ ਕਾਊਂਟਰੀ ਵਾਈਡ ਕਾਮਨ 11 ਡਿਜਿਟ ਨੰਬਰ, ਇਹ 11 ਅੱਖਰਾਂ ਦਾ ਨੰਬਰ ਹੈ। 1800 180 1551 ਹੈਜ਼ ਬੀਨ ਇਲੈਕਟਡ ਫੋਰ KCC ਕਿਸਾਨ ਕਾਲ ਸੈਂਟਰ ਨੰਬਰ ਇਹ ਹੈ। ਰਿਪਲਾਈ ਟੂ ਦਾ ਕੁਆਇਰੀ ਆਫ ਦਾ ਫਾਰਮਿੰਗ ਕਮਿਊਨਿਟੀ ਆਰ ਬੀਇੰਗ ਪ੍ਰੋਵਾਈਡ ਬਾਈ ਲੋਕਲ ਲੈਂਗੁਏਜ। ਕਿ ਜਿਹੜੀ ਇਹ ਸਕੀਮ ਚਲਾਈ ਸੀ, ਮਤਲਬ ਇਹ ਬਾਈ ਆਪਣੀਆਂ ਕਿੰਨੇ ਸੰਵਿਧਾਨ ਦੇ ਵਿੱਚ ਕਿੰਨੀਆਂ ਲੈਂਗੁਏਜ ਹੈ, 22 ਲੈਂਗੁਏਜ ਆ। ਕਿਹੜੇ ਆਰਟੀਕਲ ਦੇ ਵਿੱਚ ਆਉਂਦੀਆਂ ਇਹ, ਆਰਟੀਕਲ 8 ਦੇ ਵਿੱਚ। ਆਰਟੀਕਲ 8 ਨਹੀਂ, ਅਨੁਸੂਚੀ 8ਵੀਂ ਅਨੁਸੂਚੀ ਦੇ ਵਿੱਚ, 8ਵੀਂ ਅਨੁਸੂਚੀ ਦੇ ਵਿੱਚ ਵੀ ਪੁੱਛ ਲੈਂਦੇ ਆ ਕਿ ਜਿਹੜੀਆਂ ਆਪਣੀਆਂ ਭਾਸ਼ਾਵਾਂ ਹੈਗੀਆਂ ਅਤੇ ਉਹ ਕਿਹੜੀ ਅਨੁਸੂਚੀ ਦੇ ਵਿੱਚ ਆਉਂਦੀਆਂ, ਉਹ 8ਵੀਂ ਅਨੁਸੂਚੀ ਦੇ ਵਿੱਚ ਆਉਂਦੀਆਂ ਗੀਆਂ। ਆਰਟੀਕਲ ਆ ਜਿਹੜੇ ਉਹ ਤਾਂ ਇਹ ਆਪਣਾ ਨਾਗਰਿਕਤਾ ਦਾ ਅਧਿਕਾਰ ਹੈਗਾ, ਉਹਦੇ ਵਿੱਚ ਆ ਜਾਂਦੇ ਆਪਣੇ ਨਾਗਰਿਕਤਾ ਦਾ। ਇਹ ਜਿਹੜੀ ਭਾਸ਼ਾ ਦੇ ਤਾਂ ਅਲੱਗ ਸਿਸਟਮ ਹੈਗੇ, ਆਪਾਂ ਜਦੋਂ ਪੋਲੀਟੀਕਲ ਲੈਕਚਰ ਲਾਉਣ ਲੱਗੇ ਉਦੋਂ ਆਪਾਂ ਕਰਾਂਗੇ। ਬਸ ਇਹੀ ਯਾਦ ਕਰ ਲਓ ਕਿ ਜਿਹੜੀ ਅਨੁਸੂਚੀ ਹੈ ਇਹ 8ਵੀਂ ਅਨੁਸੂਚੀ ਦੇ ਵਿੱਚ ਆਉਂਦਾ, ਅਤੇ ਅੰਗਰੇਜ਼ੀ ਆਪਣੀ 22 ਭਾਸ਼ਾਵਾਂ ਦੇ ਵਿੱਚ ਸ਼ਾਮਲ ਨਹੀਂ ਹੈਗੀ। ਇਹ ਅੱਜ ਯਾਦ ਕਰ ਲਓ। ਕਈ ਵਾਰੀ ਪੁੱਛ ਲੈਂਦੇ ਆ ਕਿ ਜਿਹੜੀਆਂ ਆਪਣੇ 22 ਭਾਸ਼ਾਵਾਂ ਹੈਗੀਆਂ ਉਹਦੇ ਵਿੱਚ ਕਿਹੜੀ ਇੱਕ ਭਾਸ਼ਾ ਜਿਹੜੀ ਹੈ ਨਹੀਂ, ਉਹ ਇੰਗਲਿਸ਼ ਉਹਦੇ ਵਿੱਚ ਹੈ ਨਹੀਂ ਆਪਣੀ 'ਚ। ਆਰਟੀਕਲ ਅਨੁਸੂਚੀ 10 ਆਪਣੇ ਆਰਟੀਕਲ ਦੇ ਵਿੱਚ ਇੰਗਲਿਸ਼ ਕਿਤੇ ਨਹੀਂ ਹੈਗੀ 22 ਭਾਸ਼ਾਵਾਂ ਦੇ ਵਿੱਚ। ਇਸ ਤੋਂ ਬਾਅਦ ਆ ਗਿਆ ਕਾਲ ਆਰ ਅਟੈਂਡਡ ਟੂ ਦਾ ਸੁਬਾਹ ਦੇ 6 ਵਜੇ ਤੋਂ ਸ਼ਾਮ ਦੇ ਰਾਤ ਦੇ 10 ਵਜੇ ਤੱਕ, ਅਤੇ ਹਫ਼ਤੇ ਦੇ 7 ਦਿਨ ਇਹ ਐਕਟੀਵੇਟਡ ਰਹੂਗੀ ਕਾਲ। ਠੀਕ ਹੈ ਜੀ। ਇਸ ਤੋਂ ਬਾਅਦ ਆ ਗਈ ਆਪਣੀ 12ਵੀਂ ਸਕੀਮ ਐਗਰੀ ਕਲੀਨਿਕ ਐਂਡ ਐਗਰੀ ਬਿਜ਼ਨਸ ਸੈਂਟਰ। ਦਾ ਐਗਰੀ ਕਲੀਨਿਕ ਐਂਡ ਐਗਰੀ ਬਿਜ਼ਨਸ ਸੈਂਟਰ ਸਕੀਮ ਵਾਜ ਲਾਂਚਡ ਇਨ 2002 ਦੇ ਵਿੱਚ ਪ੍ਰੋਵਾਈਡ ਐਕਸਟੈਂਸ਼ਨ ਸਰਵਿਸ ਆਫ ਫਾਰਮਰ ਔਨ ਪੇਮੈਂਟ ਬੇਸਿਸ ਥਰੂ ਸੈਟਿੰਗ ਅਪ ਇਕਨੋਮਿਕਲੀ ਵਾਈਏਬਲ ਸੈਲਫ ਇੰਪਲੋਇਮੈਂਟ ਵੈਂਚਰ। ਬਸ ਇਹਦੇ ਵਿੱਚ ਇਹੀ ਸੀ ਕਿ ਖੇਤੀ ਕਿਸਾਨਾਂ ਨੂੰ ਉਹਨਾਂ ਦੇ ਬਿਜ਼ਨਸ ਚਲਾਉਣ ਬਾਰੇ ਦੱਸਿਆ ਗਿਆ ਸੀ ਇਹਦੇ ਵਿੱਚ। ਠੀਕ ਹੈ ਜੀ। ਨਵਾਰਡ ਦੀ ਫੁੱਲ ਫਾਰਮ ਯਾਦ ਕਰੋ, ਨੈਸ਼ਨਲ ਐਗਰੀਕਲਚਰ ਨੈਸ਼ਨਲ ਬੈਂਕ ਆਫ ਐਗਰੀਕਲਚਰ ਰੂਰਲ ਡਿਵੈਲਪਮੈਂਟ, ਇਹਦੀ ਫੁੱਲ ਫਾਰਮ ਹੈ ਨਵਾਰਡ ਦੀ। ਇਹ ਵੀ ਪੁੱਛਣ ਦੇ ਜਾਣ 'ਤੇ ਫੁੱਲ ਚਾਂਸ ਨੇ। ਠੀਕ ਹੈ ਜੀ। ਬਸ ਇਹੀ ਯਾਦ ਕਰ ਲਿਓ, ਹੋਰ ਕੋਈ ਯਾਦ ਕਰਨ ਦੀ ਲੋੜ ਨਹੀਂ ਇਹਦੇ ਵਿੱਚ। ਇਸ ਤੋਂ ਬਾਅਦ ਆ ਗਿਆ PPB ਐਂਡ FR ਦੀ ਫੁੱਲ ਫਾਰਮ ਪ੍ਰੋਟੈਕਸ਼ਨ ਆਫ ਪਲਾਂਟ ਵਰਾਇਟੀ ਐਂਡ ਫਾਰਮਰ ਰਾਈਟ ਅਥਾਰਟੀ ਇਸਟੈਬਲਿਸ਼ ਇਨ ਨਵੰਬਰ 2005 ਐਟ ਨਿਊ ਦਿੱਲੀ ਹੈਜ਼ ਬੀਨ ਮੈਂਡੇਟਡ ਟੂ ਇੰਪਲੀਮੈਂਟ ਪ੍ਰੋਵੀਜ਼ਨ ਆਫ ਦਾ PPB ਐਂਡ FR ਐਕਟ 2001। ਇਹਦੀ ਬਸ ਕਲੀ ਤੁਸੀਂ ਫੁੱਲ ਫਾਰਮ ਹੀ ਯਾਦ ਕਰਨੀ, ਹੋਰ ਇਹਦੇ ਵਿੱਚ ਬਾਹਲੇ ਪੰਗਿਆਂ 'ਚ ਪੈਣ ਦੀ ਲੋੜ ਨਹੀਂ। ਇਸ ਤੋਂ ਬਾਅਦ ਬਾਫਰ ਸਟਾਕ ਕੀ ਹੁੰਦਾ, ਸਭ ਤੋਂ ਪਹਿਲੀ ਗੱਲ ਤਾਂ ਇਹ ਆਹ ਜ਼ਿਆਦਾ ਇੰਪੋਰਟੈਂਟ ਡਾਇਰੈਕਟ ਪ੍ਰਸ਼ਨ ਪੁੱਛ ਸਕਦੇ ਬਾਫਰ ਸਟਾਕ ਤੋਂ। ਅੱਜ ਦਿਮਾਗ 'ਚ ਬਿਠਾ ਲਓ, ਕਿਉਂਕਿ ਬਾਫਰ ਸਟਾਕ ਦਾ ਜਿਹੜਾ ਰੌਲਾ ਸਾਰਾ FCI ਦਾ ਜਿਹੜਾ ਪਿਆ ਹੋਇਆ ਹੈਗਾ, ਇਹਦੇ ਵਿੱਚ ਬਾਫਰ ਸਟਾਕ ਦਾ ਪ੍ਰਸ਼ਨ ਆਉਣ ਦੇ ਫੁੱਲ ਚਾਂਸ ਹੈ। ਬਾਫਰ ਸਟਾਕ ਕੀ ਹੁੰਦਾ, ਸਭ ਤੋਂ ਪਹਿਲੀ ਗੱਲ ਇਹ ਦੱਸਦਾ ਬਾਫਰ ਸਟਾਕ ਕੀ ਹੁੰਦਾ। ਬਾਫਰ ਸਟਾਕ ਨੂੰ ਮਤਲਬ ਤੁਸੀਂ ਦੇਖੋ, ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਸੀ, ਆਪਣਾ ਪੰਜਾਬ ਹੈ, ਪੰਜਾਬ ਦੇ ਵਿੱਚ ਆਪਾਂ ਨਾ ਪੈੜੀ ਬੀਜਦੇ ਹਾਂ, ਝੋਨਾ ਬੀਜਦੇ ਹਾਂ। ਆਪਾਂ ਕਾਹਦੇ ਵਾਸਤੇ ਵੇਚਦੇ ਹਾਂ, ਆਪਣੀ ਕਿਹੜੀ ਕਮੇਰੀਕਲ ਫਸਲ ਹੈ ਇੱਕ,
ਕਹਿਣ ਦਾ ਮਤਲਬ ਕਿ ਆਪਾਂ ਪੈਸੇ ਵਾਸਤੇ ਝੋਨਾ ਬੀਜਦੇ ਹਾਂ। ਠੀਕ ਹੈ ਜੀ, ਆਪਾਂ ਬੀਜ ਲਿਆ, ਆਪਾਂ ਝੋਨਾ ਵੇਚਤਾ, ਆਪਾਂ ਵੇਚ ਕੇ ਆਪਣਾ ਝੋਨਾ ਕਿੱਥੇ ਜਾਊਗਾ? ਆਪਣਾ ਝੋਨਾ ਜਿਹੜਾ ਜਾਊਗਾ ਉਹ ਜਾਊਗਾ ਜੀ ਆਪਣਾ FCI ਦੇ ਵਿੱਚ। ਠੀਕ ਹੈ ਜੀ, ਫੂਡ ਕਾਰਪੋਰੇਸ਼ਨ ਆਫ ਇੰਡੀਆ। ਠੀਕ ਹੈ, FCI ਦੇ ਵਿੱਚ ਜਾਊਗਾ। ਠੀਕ ਹੈ ਜੀ, FCI ਦੇ ਵਿੱਚ ਜਦੋਂ ਇਹ ਜਾਊਗਾ ਤਾਂ ਦੂਸਰੇ ਪਾਸੇ ਆਪਾਂ ਲਾ ਲਓ ਮੱਧ ਪ੍ਰਦੇਸ਼ ਹੈ। ਮੱਧ ਪ੍ਰਦੇਸ਼ ਦੇ ਵਿੱਚ ਭਾਈ ਮੰਨ ਲਓ ਉੱਥੇ ਹੜ੍ਹ ਆ ਗਏ ਜਾਂ ਜਿਵੇਂ ਮਰਜ਼ੀ ਲਾ ਲਓ ਕਿ ਫਸਲ ਨਹੀਂ ਵਧੀਆ ਹੋਈ, ਜਿਹਦੇ ਕਰਕੇ ਉੱਥੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਅਤੇ ਉਹਦੇ ਡੱਕੇ ਨਹੀਂ ਹੋਇਆ ਅਤੇ ਉੱਥੋਂ ਦੇ ਲੋਕ ਭੁੱਖੇ ਮਰ ਰਹੇ ਆ। ਤਾਂ ਫਿਰ ਜਿਹੜੀ ਜਿੱਥੇ ਤਾਂ ਜ਼ਿਆਦਾ ਆ ਉੱਥੋਂ ਲੈ ਕੇ FCI, ਜਿੱਥੇ ਮਤਲਬ ਇਹ ਖਾਣ ਝੋਨਾ ਮਤਲਬ ਇਹ ਚੌਲ ਹੈ ਨਹੀਂ, ਉਹ ਉੱਥੇ ਉਹਨਾਂ ਨੂੰ ਜਿਹੜਾ ਸਰਕਾਰੀ ਮੁੱਲ ਹੋਊਗਾ ਉਹ ਤੋਂ ਵੀ ਘੱਟ ਦੇ ਵਿੱਚ ਜਾਂ ਉਹਨੂੰ ਫ੍ਰੀ ਦੇ ਵਿੱਚ ਦੇਣਗੇ। ਇਹ ਜਿਹੜਾ ਵਿਚਾਲੇ ਇਹ ਚੀਜ਼ ਦੇ ਵਿੱਚ ਜਿਹੜਾ ਵਿਚਾਲੇ ਗੈਪ ਪੈਂਦਾ ਉਹਨੂੰ ਆਪਾਂ ਕਹਿ ਦਿੰਦੇ ਹਾਂ ਬਫਰ ਸਟਾਕ। ਉਹ ਚੀਜ਼ ਨੂੰ ਬਫਰ ਸਟਾਕ ਕਿਹਾ ਜਾਂਦਾ ਹੈਗਾ। ਇੱਕ ਪਾਸੇ ਝੋਨਾ ਜ਼ਿਆਦਾ ਹੋ ਗਿਆ, ਦੂਜੇ ਪਾਸੇ ਝੋਨਾ ਨਹੀਂ ਹੋਇਆ, ਉਹ ਚੀਜ਼ ਨੂੰ ਮੇਨਟੇਨ ਕਰਨ ਨੂੰ ਕੀ ਕਹਿ ਦਿੰਦੇ ਆ? ਬਫਰ ਸਟਾਕ। ਹੁਣ ਆਪਾਂ YouTube ਚਲਾਉਂਦੇ ਹਾਂ, YouTube ਚਲਾਉਂਦੇ ਆਪਾਂ ਦੇਖੇ ਨਾ ਕਈ ਵਾਰੀ ਐਂ ਲੋਡਿੰਗ ਜਿਹੀ ਆਉਣ ਲੱਗ ਜਾਂਦੀ ਉੱਪਰ, ਆਪਾਂ ਕਹਿੰਦੇ ਨੇ ਬਫਰਿੰਗ ਹੋਈ ਜਾਂਦੀ ਹੈ। ਬਫਰਿੰਗ ਦਾ ਮਤਲਬ ਸੇਮ ਹੀ ਇਹਦੇ 'ਚ ਵੀ। ਓਕੇ, FCI ਹੈ ਜੀ ਬਫਰ ਸਟਾਕ ਅਕਤੂਬਰ 2009। ਬਸ ਇਹ ਤੁਸੀਂ ਯਾਦ ਕਰਨ ਦੀ ਕੋਈ ਲੋੜ ਨਹੀਂ ਇਹਦੇ ਵਿੱਚ, ਅਤੇ ਬਸ ਇਹ ਚੀਜ਼ਾਂ ਯਾਦ ਕਰ ਲਓ। ਇੱਕ ਵਾਰੀ ਤੁਹਾਨੂੰ ਮੈਂ ਐਂਡ 'ਤੇ ਫੇਰ ਦਿਖਾ ਦਿੰਦਾ, ਜਿਵੇਂ ਤੁਹਾਨੂੰ ਆਈ ਵਾਰ ਦਿਖਾ ਕੇ ਜਾਂਦਾ ਹੁੰਦਾ ਮੈਂ। ਦੇਖੋ ਆਹ ਦੇਖ ਲਓ, ਆਦਮਾਨਾ ਨਾ ਭੁੱਲਿਓ। ਇੱਕ ਆ ਡਰਿਪ ਇਰੀਗੇਸ਼ਨ ਅਤੇ ਸਪ੍ਰਿੰਕਲ ਇਰੀਗੇਸ਼ਨ ਐਜੂਕੇਸ਼ਨ ਪੁੱਛਿਆ। ਬੰਬੂ ਵਾਲਾ 7ਵਾਂ, ਇਹ ਵੀ ਇੰਪੋਰਟੈਂਟ ਹੈ। 8ਵਾਂ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸਾਰੇ ਇੰਪੋਰਟੈਂਟ ਆ ਜਿਹੜੇ ਕਰਵਾਏ ਆ। ਫਾਲਤੂ ਚੀਜ਼ਾਂ ਆਪਾਂ ਤੁਹਾਨੂੰ ਪਹਿਲਾਂ ਪਤਾ ਕਿ ਕਰਵਾਉਂਦੇ ਨੇ, ਕਿਉਂਕਿ ਸਿਲੇਬਸ ਬਹੁਤ ਜ਼ਿਆਦਾ ਹੈਗਾ। ਜੇ ਕਿਸੇ ਨੂੰ ਹਜੇ ਵੀ ਟੌਪਿਕ ਦੇ ਵਿੱਚ ਕੋਈ ਸਮਝ ਨਾ ਆਵੇ, ਠੀਕ ਹੈ ਜੀ, ਕਿਸੇ ਨੂੰ ਕੋਈ ਪ੍ਰੋਬਲਮ ਲੱਗਦੀ ਹੈ ਸਮਝਣ ਦੇ ਵਿੱਚ, ਤਾਂ ਮੈਨੂੰ ਕਮੈਂਟ ਕਰ ਦਿਓ। ਠੀਕ ਹੈ ਜੀ, ਮੈਨੂੰ ਕਮੈਂਟ ਦੇ ਵਿੱਚ ਦੱਸ ਦਿਓ ਕਿ ਸਾਨੂੰ ਆਹ ਚੀਜ਼ ਦੇ ਵਿੱਚ ਪ੍ਰੋਬਲਮ ਹੈ, ਮੈਂ ਉਹ ਤੁਹਾਡਾ ਸ਼ੱਕ ਦੂਰ ਕਰ ਦੂੰਗਾ। ਠੀਕ ਹੈ ਜੀ, ਅਤੇ ਬਸ ਇਹੀ ਦੱਸਣਾ ਸੀ। ਧੰਨਵਾਦ ਮੇਰੇ ਦੋਸਤੋ। ਅਤੇ ਹਜੇ ਆਪਾਂ ਪੰਜਾਬ ਪੁਲਿਸ ਦਾ, ਮੈਨੂੰ ਬਹੁਤ ਸਾਰੇ ਆਪਣੇ ਵੀਰਾਂ ਦੇ ਭੈਣਾਂ ਦੇ ਫੋਨ ਆ ਜਾਂਦੇ ਕਿ ਆਪਾਂ ਪੰਜਾਬ ਪੁਲਿਸ ਦਾ ਬੈਚ ਵੀ ਸ਼ੁਰੂ ਕਰੋ। ਪੰਜਾਬ ਪੁਲਿਸ ਦਾ ਬੈਚ ਹਜੇ ਤਾਂ ਨਹੀਂ ਸ਼ੁਰੂ ਕਰ ਰਹੇ ਕਿਉਂਕਿ ਨਾ ਹਜੇ ਏਜ ਨਹੀਂ ਕਨਫਰਮ ਹੋਈ। ਜਿੱਦਾਂ ਏਜ ਕਨਫਰਮ ਹੋ ਗਈ ਉੱਦਾਂ ਆਪਾਂ ਇੰਨੇ ਵਧੀਆ ਲੈਕਚਰ ਲਾਇਆ ਕਰਾਂਗੇ ਨਾ, ਮਤਲਬ ਸਾਰੇ ਸਬਜੈਕਟਾਂ ਦੇ ਸਿਰਾ ਕਰਵਾ ਦਾਂਗੇ। ਉਦੋਂ ਆਪਾਂ ਬਿਲਕੁਲ ਫ੍ਰੀ ਲਾਵਾਂਗੇ ਪੂਰੇ ਵਧੀਆ, ਅਤੇ ਦੇਖੀ ਜਾਏਗਾ ਆਪਾਂ ਸਿਰਾ ਲੈ ਕੇ ਸਿਰਾ ਕਰ ਦਾਂਗੇ ਜਮਾ। ਅਤੇ ਉਹਨਾਂ ਜਿਹਾ ਤੁਸੀਂ ਆਹ ਐਗਰੀਕਲਚਰ ਦੀ ਸਟੱਡੀ ਕਰੋ, ਅਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਈ। ਸਬਸਕ੍ਰਾਈਬ ਅੱਧਿਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ, ਇੱਕ ਦੋ ਹੈਗੇ ਕਹਿੰਦੇ ਬਈ ਸਬਸਕ੍ਰਾਈਬ ਕਿਵੇਂ ਕਰੀਦਾ ਹੁੰਦਾ। ਜਿਹੜਾ ਨਾ ਬਾਈ ਆਪਣੀ ਵੀਡੀਓ ਦੇ ਉੱਥੇ ਥੱਲੇ ਨਾ ਰੈੱਡ ਕਲਰ ਦੇ ਵਿੱਚ ਇੱਕ ਚੀਜ਼ ਆਉਂਦੀ ਹੁੰਦੀ ਹੈ, ਅਤੇ ਉਦੋਂ ਆਪਾਂ ਨੂੰ ਪਤਾ ਲੱਗ ਜੂਗਾ। ਓਕੇ ਜੀ, ਧੰਨਵਾਦ ਮੇਰੇ ਦੋਸਤੋ।